ਜਦੋਂ ਮੇਰੀ ਮੈਰਿਜ ਹੋਈ 96 ਦੇ ਵਿੱਚ, ਤੇ ਮੇਰੇ ਫਾਦਰ ਲਾ ਉਹ ਜਦੋਂ ਮੈਂ ਮਨਜੀਤ ਨੂੰ ਐਕਚੁਅਲੀ ਮਿਲਿਆ, ਤੇ ਫਿਰ ਮੈਨੂੰ ਜ਼ਿਆਦਾ ਮੋਰ ਪਤਾ ਲੱਗਾ ਵੀ ਆਪਾਂ ਨੂੰ ਪੜ੍ਹਨਾ ਚਾਹੀਦਾ, ਆਪਾਂ ਨੂੰ ਸਾਡੇ ਰਹਿਬਰ ਜੋ ਕਹਿ ਗਏ ਉੱਤੇ ਮੁਕੰਮਲ ਕਰਨਾ ਚਾਹੀਦਾ, ਕਿਉਂਕਿ ਮੇਰੇ ਫਾਦਰ ਲਾ ਆਲਵੇਜ਼ ਮੇਰੇ ਨਾਲ ਇਹੀ ਗੱਲਾਂ ਕਰਦੇ ਸੀਗੇ। ਫਿਰ ਮੇਰੀ ਜ਼ਿਆਦਾ ਜਿਹੜੀ ਗ੍ਰਿਪ ਪੜ੍ਹਨ ਦਾ ਜਾਂ ਇੱਧਰ ਕੰਮ ਕਰਨ ਦਾ ਜ਼ਿਆਦਾ ਉਦੋਂ ਤੋਂ ਫਿਰ ਮੈਂ ਜ਼ਿਆਦਾ ਇੱਧਰ ਮੋਟੀਵੇਟ ਹੋਇਆ। ਅਤੇ ਸੈਕਿੰਡ ਜਿੱਦਾਂ ਇਸ ਸਾਈਡ ਮਨਜੀਤ ਹੋਰਾਂ ਨੇ ਕਿਹਾ ਵੀ ਮੈਂ ਇਸ ਗੱਲ ਨੂੰ ਪੂਰੀ ਤਰ੍ਹਾਂ ਸਹੀ ਗੱਲ ਮੰਨਦਾ, ਇੰਡੋਰਸ ਕਰਦਾ ਵੀ ਆਪਾਂ ਇੱਦਾਂ ਦਾ ਕਹਿ ਦਿੰਦੇ ਹਾਂ। ਬਹੁਤ ਜ਼ਿਆਦਾ ਮੇਰੇ ਦੋਸਤ ਆਪਣੇ ਫਰੈਂਡ ਸਰਕਲ 'ਚ, ਮਿੱਤਰ ਦੋਸਤ ਸਮਾਜ 'ਚ ਮਿਲਦੇ ਆ, ਉਹ ਇਹ ਕਹਿੰਦੇ ਵੀ ਅਸੀਂ ਜਾਤ ਪਾਤ ਨੂੰ ਮੰਨਦੇ ਨਹੀਂ ਹੈਗੇ, ਪਰ ਮੰਨਣਾ ਨਾ ਮੰਨਣਾ ਕਹਿਣ ਦੇ ਨਾਲ ਉਹ ਗੱਲ ਖਤਮ ਨਹੀਂ ਹੁੰਦੀ। ਗੱਲ ਹੈਗੀ ਤੁਸੀਂ ਉਹਦੇ ਲਈ ਅਗੇਂਸਟ ਖੜਨਾ ਆ, ਜਸਟੀਫਾਈ ਕਰਨਾ ਵੀ ਨਹੀਂ ਇਹ ਨਹੀਂ ਹੈਗੀ, ਇਹ ਮੈਨ ਮੇਡ ਹੈਗੀ ਹੈ, ਜਿਹੜੀ ਹਰ ਈਵਨ ਸੇਮ ਹੈਗਾ, ਪਰ ਵੀ ਇਹ ਕਿਉਂ ਹੈਗਾ ਵੀ ਇੱਕ ਇੰਡੀਆ ਦੇ ਵਿੱਚ ਬੰਦੇ ਅਲੱਗ ਕੈਟਾਗਰੀ ਦੇ ਇਹ ਜਿਹੜੇ ਮੈਨ ਮੇਡ ਕਾਸਟ ਹੈਗੀ ਆ, ਇਹ ਇਹਦੇ 'ਤੇ ਅਗੇਂਸਟ ਤੁਸੀਂ ਕਿੱਦਾਂ ਲੋਕਾਂ ਨੂੰ ਅਵੇਅਰ ਕਰਨਾ ਹੈਗਾ। ਅਤੇ ਉਹ ਗੱਲ ਹੈ ਵੀ ਜਦੋਂ ਤੁਹਾਨੂੰ ਕੋਈ ਵੀ ਇਨਸਾਨ ਹੈਗਾ, ਜਦੋਂ ਉਹਨੂੰ ਚੀਜ਼ ਦੀ ਸਮਝ ਆ ਜਾਂਦੀ ਹੈ, ਫਿਰ ਇਸ ਨਥਿੰਗ, ਜਿੱਦਾਂ ਕਹਿੰਦੇ ਵੀ ਮੈਂਟਲ ਮਾਨਸਿਕਤਾ ਹੈਗੀ ਆ, ਮਾਨਸਿਕਤਾ ਨੂੰ ਸਮਝਾਉਣ ਦੀ ਲੋੜ ਹੈਗੀ। ਜਦੋਂ ਉਹ ਕਲੀਅਰ ਹੋ ਗਏ ਫਿਰ ਪਤਾ ਲੱਗ ਜਾਂਦਾ। ਜਿੰਨਾ ਚਿਰ ਨਹੀਂ ਹੈਗੀ, ਪੇਰੈਂਟਸ ਦੱਸੀ ਜਾਂਦੇ ਗਾਹਾਂ ਬੱਚਿਆਂ ਨੂੰ, ਆਪਣਿਆਂ ਨੂੰ, ਜਾਂ ਕੌਨਸ਼ੀਅਸਲੀ ਜਾਂ ਅਨਕੌਨਸ਼ੀਅਸਲੀ ਕਈ ਬੰਦਿਆਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈਗਾ। ਜਿੱਦਾਂ ਐਜ਼ ਆਪਾਂ ਕੱਲ੍ਹ ਕਿਸੇ ਬੈਠੇ ਡਿਸਕਸ ਕਰਦੇ, ਉਹ ਕਹਿੰਦੇ ਸਾਨੂੰ ਤਾਂ ਇਸ ਗੱਲ ਦਾ ਹੀ ਨਹੀਂ ਸੀ ਪਤਾ, ਸਾਨੂੰ ਸਾਡੇ ਪੇਰੈਂਟਸ ਗੱਲਾਂ ਕਰਦੇ, ਸਾਨੂੰ ਉੱਥੋਂ ਹੀ ਪਤਾ ਲੱਗ ਗਿਆ ਵੀ ਕੀ ਚੀਜ਼ ਹੈਗੀ ਹੈ ਨਾ। ਆਪਾਂ ਕਿਹੋ ਜਿਹੀ ਸੁਸਾਇਟੀ ਬਣਾਉਣਾ ਚਾਹੁੰਦੇ ਹਾਂ ਨਾ, ਆਪਾਂ ਕਿਹੋ ਜਿਹੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਚਾਹੁੰਦੇ ਹਾਂ। ਆਪਾਂ ਜੇ ਹੁਣ ਕਹਿੰਦੇ ਮੈਂਟੈਲਿਟੀ ਚੇਂਜ ਕਰਨੀ ਹੈਗੀ ਆ, ਇਹ ਡਾਕਟਰ ਬਾਬਾ ਸਾਹਿਬ ਅੰਬੇਡਕਰ ਕਹਿੰਦੇ ਆ ਕਿ ਇਹ ਜਿਹੜਾ ਜਾਤ ਪਾਤ ਹੈ ਨਾ, ਇਹ ਇੱਕ ਜਿੱਦਾਂ ਧਰਮ ਨਾਲ ਜੁੜ ਗਿਆ ਹੈ ਪੂਰੀ ਤਰ੍ਹਾਂ। ਜਦੋਂ ਕੋਈ ਚੀਜ਼ ਧਰਮ ਨਾਲ ਜੁੜ ਜਾਂਦੀ ਨਾ, ਉਹ ਤੋਂ ਫਿਰ ਨਿਕਲਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ। ਠੀਕ ਹੈ, ਉਹ ਕਹਿੰਦੇ ਕਿ ਇਹਦਾ ਤਾਂ ਇੱਕ ਹੀ ਹੱਲ ਹੋਊਗਾ, ਫਿਰ ਉਹ ਧਰਮ ਨੂੰ ਛੱਡ ਦਿਓ, ਹੈ ਨਾ। ਤੁਸੀਂ ਉਹ ਦੇਰ ਆਰ ਸੋ ਐਵਨਿਊਜ਼, ਤੁਸੀਂ ਉਹ ਧਰਮ ਨੂੰ ਅਪਣਾਓ ਜਿੱਥੇ ਤੁਹਾਨੂੰ ਲੱਗਦਾ ਤੁਹਾਡੀ ਸੈਲਫ ਰਿਸਪੈਕਟ ਬਹੁਤ ਹੈਗੀ ਆ। ਉਸ ਧਰਮ ਨੂੰ ਅਪਣਾਓ ਜਿੱਥੇ ਤੁਹਾਨੂੰ ਲੱਗਦਾ ਹੈਗਾ ਕਿ ਮੈਂ ਇੱਥੇ ਮੈਨੂੰ ਪੂਰੀ ਰਿਸਪੈਕਟ ਮਿਲ ਰਹੀ ਹੈ, ਕਿ ਮੈਂ ਆਪਣੀ ਗੱਲ ਕਹਿ ਸਕਦਾ, ਮੈਨੂੰ ਇਕੁਐਲਿਟੀ ਹੈਗੀ ਹੈ ਨਾ। ਅਤੇ ਜਾਂ ਫਿਰ ਅਸੀਂ ਸੋਚਦੇ ਹਾਂ ਕਿ ਘਰਾਂ 'ਚ ਅਸੀਂ ਮੈਂਟੈਲਿਟੀ ਨੂੰ ਚੇਂਜ ਕਰਨਾ, ਤਾਂ ਆਪਾਂ ਬੱਚਿਆਂ ਨੂੰ ਕਿਹੋ ਜਿਹਾ ਪਾਲਣ ਪੋਸ਼ਣ ਕਰਨਾ, ਆਪਾਂ ਬੱਚਿਆਂ ਨੂੰ ਅਵੇਅਰ ਕਰਨਾ। ਜੇ ਆਪਾਂ ਕਹੀਏ ਕਿ ਨਹੀਂ ਆਪਾਂ ਬੱਚਿਆਂ ਨੂੰ ਨਹੀਂ ਦੱਸਦੇ ਤਾਂ ਕਿ ਇਹ ਗੱਲ ਪਤਾ ਨਾ ਲੱਗੇ ਕਿ ਕੀ ਹੈਗਾ ਨਾ, ਸਗੋਂ ਜੋ ਚੀਜ਼ ਹੈਗੀ ਆ, ਜੋ ਹੈਪਨ ਹੋ ਰਿਹਾ ਹੈਗਾ, ਜੇ ਉਹਦੇ ਬਾਰੇ ਗੱਲ ਨਹੀਂ ਕਰਾਂਗੇ ਤਾਂ ਉਹਦਾ ਹੱਲ ਕਿਸ ਤਰ੍ਹਾਂ ਨਿਕਲੂਗਾ। ਆਪਾਂ ਕਰੀ ਤਾਂ ਜਾਂਦੇ ਹਾਂ, ਸਾਰੇ ਲੋਕ ਕਰਦੇ, ਡਿਸਕ੍ਰਿਮੀਨੇਸ਼ਨ ਕਰਨਗੇ, ਹੈ ਨਾ। ਪਰ ਜੇ ਅਸੀਂ ਗਰੁੱਪ 'ਚ ਬਹਿ ਕੇ ਗੱਲ ਕਰਦੇ ਹਾਂ ਵੀ ਕਾਸਟ ਸਿਸਟਮ ਹੈਗਾ, ਨਹੀਂ ਹੋਣਾ ਚਾਹੀਦਾ, ਫਿਰ ਉੱਥੇ ਕੋਈ ਜਿਹੜੇ ਡਿਸਕ੍ਰਿਮੀਨੇਸ਼ਨ ਤੁਹਾਡੇ ਨਾਲ ਕਰਦੇ, ਫਿਰ ਉਹ ਬੋਲਣਾ ਨਹੀਂ ਚਾਹੁੰਦੇ, ਫਿਰ ਉਸ ਗੱਲ 'ਤੇ ਉਹ ਗੱਲ ਨਹੀਂ ਕਰਨਾ ਚਾਹੁੰਦੇ। ਇਸ ਕਰਕੇ ਆਪਾਂ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਦੇ ਬੱਚੇ ਅਸੀਂ ਆਪਣੇ ਰੇਜ਼ ਕਰਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਹਿਊਮੈਨਿਟੀ ਦੇ ਬੇਸ 'ਤੇ ਚੱਲਣ, ਇਕੁਐਲਿਟੀ ਦੇ ਬੇਸ 'ਤੇ ਚੱਲਣ। ਆਪਾਂ ਬੱਚਿਆਂ ਨੂੰ ਦੱਸੀਏ ਕਿ ਹਰ ਇੱਕ ਹਿਊਮਨ ਬੀਇੰਗ ਇਕੁਅਲ ਹੈਗਾ ਆ, ਕਿ ਜੋ ਇਹ ਜਿਸ ਤਰ੍ਹਾਂ ਕਹਿ ਲਓ ਕਿ ਮਨੂਵਾਦ ਜਾਂ ਬ੍ਰਾਹਮਣਵਾਦ ਸਿਸਟਮ ਦੇ ਦੌਰਾਨ ਜੋ ਵੀ ਇਹ ਕਾਸਟ ਸਿਸਟਮ ਬਣਿਆ ਹੈਗਾ, ਇਹ ਇੱਕ ਦੂਜੇ ਨੂੰ ਨੀਚਾ ਦਿਖਾਉਣ ਵਾਸਤੇ ਬਣਿਆ ਤਾਂ ਕਿ ਅਸੀਂ ਪਾਵਰ 'ਚ ਰਹਿ ਸਕੀਏ, ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਹੈਗੀ। ਅਸੀਂ ਆਪਣੇ ਘਰ 'ਚੋਂ ਆਪਣੇ ਆਪ ਤੋਂ ਸ਼ੁਰੂ ਕਰਨੀਆਂ ਚਾਹੀਦੀਆਂ ਚੀਜ਼ਾਂ ਆਪਣੇ ਬੱਚਿਆਂ ਤੋਂ, ਕਿ ਤੁਸੀਂ ਬਾਹਰ ਜਾਣਾ ਹੈਗਾ, ਗੁੱਡ ਹਿਊਮਨ ਬੀਇੰਗ ਬਣਨਾ ਹੈਗਾ, ਅਤੇ ਸਾਰਿਆਂ ਨੂੰ ਇਕੁਅਲ ਹੀ ਦੇਖਣਾ ਹੈਗਾ। ਡਿਸਕ੍ਰਿਮੀਨੇਸ਼ਨ ਜਿਸ ਤਰ੍ਹਾਂ ਤੁਸੀਂ ਅੱਜ ਖੜ ਰਹੇ ਹੈਗੇ ਆ, ਉਹ ਸਾਡੇ ਨਾਲ ਰੇਸਿਜ਼ਮ ਹੋ ਰਿਹਾ ਹੈਗਾ ਬਰਾਊਨ ਪੀਪਲ ਨਾਲ ਜਾਂ ਬਲੈਕ ਪੀਪਲ ਨਾਲ, ਅਤੇ ਇਸ ਸਿਮਿਲਰ ਵੇ ਦੈਟ ਡਿਸਕ੍ਰਿਮੀਨੇਸ਼ਨ ਜਿਹੜੀ ਕਾਸਟ ਬੇਸ ਹੈਗੀ ਆ, ਉਹ ਦੈਟਸ ਵਰਸ ਦੈਨ ਰੇਸਿਜ਼ਮ। ਤਾਂ ਸਾਨੂੰ ਲੱਗਦਾ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਜਿਹੜਾ ਹੈਗਾ ਉਹਨਾਂ ਨੂੰ ਬਰੌਟ ਅਪ ਕਰਨਾ ਚਾਹੀਦਾ, ਤਾਂ ਕਿ ਉਹ ਬਾਹਰ ਜਾ ਕੇ ਇੱਕ ਗੁੱਡ ਹਿਊਮਨ ਬੀਇੰਗ ਬਣ ਸਕਣ। ਜਿੱਦਾਂ ਬਾਬਾ ਸਾਹਿਬ ਨੇ ਵੀ ਕਿਹਾ ਸੀ ਵੀ ਰੇਸਿਜ਼ਮ, ਕਾਸਟਿਜ਼ਮ ਇਜ਼ ਵਰਸ ਦੈਨ ਰੇਸਿਜ਼ਮ। ਉਹ ਕਹਿੰਦੇ ਸੀ ਤਾਂ ਸ਼ੋਰ ਆ ਵੀ ਰੇਸਿਜ਼ਮ ਦਾ ਪਤਾ ਲੱਗਦਾ ਵੀ ਚਲੋ ਬਲੈਕ ਅਤੇ ਵਾਈਟ ਹੋ ਗਿਆ, ਪਰ ਕਾਸਟ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਉਹੀ ਬੰਦਾ ਤੁਸੀਂ ਇੱਕ ਗਰੁੱਪ 'ਚ ਰਹਿੰਦੇ ਆ, ਤੁਹਾਨੂੰ ਪਤਾ ਨਹੀਂ ਕਿੰਨੇ ਬਣੇ, ਕਿਹੜਾ ਕੌਣ ਆ, ਕੀ ਹਰ ਇੱਕ ਬੰਦਾ ਆਪਣੇ ਉਹ ਸਿਸਟਮ ਹੀ ਇੱਦਾਂ ਬਣਾ ਦਿੱਤਾ ਗਿਆ ਵੀ ਦੂਸਰਾ ਫਸਟ ਪਰਸਨ ਆ, ਉਹ ਕਹਿੰਦਾ ਵੀ ਮੈਂ ਇਹਦੇ ਤੋਂ ਉੱਪਰ ਹੀ ਰਹਾਂ। ਉਹ ਗਾਹਾਂ ਵਾਲੇ ਨੂੰ ਕਰੀ ਜਾਂਦਾ, ਥੱਲੇ ਵਾਲੇ ਨੂੰ, ਗਾਹਾਂ ਤੋਂ ਗਾਹਾਂ ਉਹ ਇੱਦਾਂ ਦੀ ਡਿਵੀਜ਼ਨ ਪੈਦਾ ਹੋ ਗਈ ਆ, ਜਿਹੜੀ ਕਿ ਆਪਾਂ ਇਹ ਚਾਹੁੰਦੇ ਹੈਗੇ ਆ ਵੀ ਇਹ ਨਹੀਂ ਹੋਣੀ ਚਾਹੀਦੀ। ਕਿਉਂਕਿ ਜਦੋਂ ਮੈਂ ਕਈ ਵਾਰੀ ਮਨਜੀਤ ਨਾਲ ਗੱਲ ਕਰਦੇ ਵੀ, ਕੱਲ੍ਹ ਵੀ ਅਸੀਂ ਗੱਲ ਕਰਦੇ ਸੀਗੇ ਵੀ ਹਰ ਇੱਕ ਹਿਊਮਨ 'ਚ ਬਲੱਡ ਸੇਮ ਘੁੰਮਦਾ, ਰਾਈਟ। ਅਤੇ ਕਿਉਂ ਨਹੀਂ, ਕਿਤੇ ਮੈਂ ਇੱਕ ਪੋਸਟ ਪੜ੍ਹੀ ਸੀਗੀ, ਮੈਂ ਤੁਹਾਨੂੰ ਨਾਲ ਸ਼ੇਅਰ ਕਰਦਾ ਵੀ ਜਿੱਦਾਂ ਆਪਾਂ ਕਹਿੰਦੇ ਵੀ ਅਸੀਂ ਕਾਸਟਿਜ਼ਮ ਦੀ ਗੱਲ ਕਰਦੇ ਹਾਂ ਵੀ ਇਹ
ਇਸ ਕਾਸਟ ਨੂੰ ਬਿਲੋਂਗ ਕਰਦਾ, ਮੈਂ ਇੰਨਾ ਨਹੀਂ ਰਹਿ ਸਕਦਾ, ਜਾਂ ਮੈਨੂੰ ਡਿਸਕ੍ਰਿਮੀਨੇਸ਼ਨ ਕਰਨੀ ਆ। ਪਰ ਉਹ ਕਹਿੰਦੇ ਜਦੋਂ ਉਹ ਬੰਦਾ ਹਸਪੀਟਲ ਜਾਂਦਾ ਆ, ਉਹ ਬੈੱਡ 'ਤੇ ਪਿਆ ਹੁੰਦਾ ਆ, ਉਹਨੂੰ ਬਲੱਡ ਚਾਹੀਦਾ ਆ, ਫਿਰ ਉਹ ਜਦੋਂ ਬਲੱਡ ਬੈਂਕ 'ਚੋਂ ਬਲੱਡ ਲੈਣ ਜਾਂਦਾ, ਫਿਰ ਉੱਥੇ ਕਿਉਂ ਨਹੀਂ ਪੁੱਛਦੇ ਵੀ ਬਲੱਡ ਕਿਹਦਾ ਹੈ, ਰਾਈਟ? ਤਾਂ ਉੱਥੇ ਵੀ ਜਾਣਾ ਚਾਹੀਦਾ ਵੀ ਆ ਇਸ ਕਾਸਟ ਦਾ ਬੰਦੇ ਦਾ, ਇਸ ਕਾਸਟ ਦਾ ਬੰਦਾ। ਫਿਰ ਉਹ ਕਿਉਂਕਿ ਉਹਨੂੰ ਜੀਵਨ ਚਾਹੀਦਾ ਉਸ ਵੇਲੇ ਉਹ ਸਾਰਾ ਕੁਝ ਮਾਫ ਹੋ ਜਾਂਦਾ। ਇਟ ਮੀਨਸ ਬਈ ਇਹ ਸਾਰਾ ਹਿਊਮਨ ਸੇਮ ਹੈਗੇ ਆ, ਹਰ ਇੱਕ ਬਲੱਡ ਹਰ ਇੱਕ ਬੰਦੇ 'ਚ ਸੇਮ ਚੱਲਦਾ। ਪਰ ਇਹ ਬਣਾਇਆ ਗਿਆ ਜੋ ਇਸ ਚੀਜ਼ ਨੂੰ, ਸਮਾਜ ਨੂੰ ਦਬਾਉਣ ਦੇ ਲਈ, ਇੱਕ ਦੂਜੇ 'ਤੇ ਰਾਜ ਕਰਨੇ ਦੇ ਲਈ, ਡਿਸਕ੍ਰਿਮੀਨੇਟ ਇੱਕ ਵੀ ਮੈਂ ਚਾਹੁੰਦਾ ਮੈਂ ਉੱਪਰ ਰਹਾਂ, ਆਪਣੇ ਆਪ ਨੂੰ ਹਾਈ ਪ੍ਰੋਫਾਈਲ 'ਚ ਰਹਾਂ ਅਤੇ ਬਾਕੀ ਮੇਰੇ ਥੱਲੇ ਰਹਿਣ। ਇਹ ਸਿਸਟਮ ਨੂੰ ਕਾਇਮ ਰੱਖਣ ਲਈ ਉਹ ਜਿਹੜਾ ਚੱਲ ਰਿਹਾ ਸਿਸਟਮ, ਇਹਨੂੰ ਬ੍ਰੇਕ ਕਰਨ ਦੀ ਲੋੜ ਆ, ਇਹਨੂੰ ਸਮਝਣ ਦੀ ਲੋੜ ਆ। ਇਹਨੂੰ ਅਸੀਂ ਚਾਹੁੰਦੇ ਹਾਂ ਵੀ ਹਰ ਇੱਕ ਬੰਦੇ ਨੂੰ ਪਤਾ ਲੱਗਣਾ ਚਾਹੀਦਾ ਵੀ ਆਰ ਇਕੁਅਲ। ਜਿੱਦਾਂ ਆਪਾਂ ਕਹੀਏ ਕਿ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਜਾਂ ਕਾਸਟ ਸਿਸਟਮ ਘਟ ਰਿਹਾ, ਮੈਨੂੰ ਤਾਂ ਕੇਵਲ ਲੱਗਦਾ ਵੱਧ ਰਿਹਾ ਹੈ। ਕਿਉਂਕਿ ਕਿਵੇਂ ਲੱਗ ਰਿਹਾ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਕਲਚਰ ਦੇਖ ਲਓ, ਪੰਜਾਬੀ ਕਲਚਰ, ਉਹਨਾਂ 'ਚ ਤੁਸੀਂ ਦੇਖ ਲਓ ਕਿ 99.9% ਆਲਮੋਸਟ ਜਿਹੜੇ ਸੌਂਗਸ ਆ ਰਹੇ ਹੈਗੇ ਆ, ਉਹ ਸਾਰੇ ਕਾਸਟ ਵਾਲੇ ਆ ਰਹੇ ਹੈਗੇ। ਉਹਦੇ 'ਚ ਕਾਸਟਿਸਟ ਵਰਡਸ ਹੈਗੇ ਆ। ਉਹਦੇ 'ਚ ਇਹ ਦਿਖਾਇਆ ਜਾਂਦਾ ਕਿ ਮੈਂ ਸੋ ਕਾਲਡ ਹੈਗਾ ਅਤੇ ਮੈਂ ਇਹ 'ਤੇ ਮਾਣ ਬਹੁਤ ਕਰਦਾ। ਇਹ ਜਿਹੜੀ ਕਾਸਟ ਹੈਗੀ ਬਹੁਤ ਮਾਣ ਕਰਨ ਵਾਲੀ ਕਾਸਟ ਹੈ। ਮਤਲਬ ਤੁਸੀਂ ਫਿਰ ਉਸ ਵੇਲੇ ਜਦੋਂ ਤੁਸੀਂ ਗਾਣਾ ਗਾ ਰਹੇ ਹੋ, ਤੁਸੀਂ ਦੂਸਰਾ ਜਿਹੜੀ ਡਿਵੀਜ਼ਨ ਹੋਈ ਆ ਆਲਰੇਡੀ, ਜਿਹੜੀ ਕਿ ਨਹੀਂ ਵੀ ਹੋਣੀ ਚਾਹੀਦੀ, ਤੁਸੀਂ ਕੀ ਸ਼ੋਅ ਕਰਨਾ ਚਾਹੁੰਦੇ? ਤੁਸੀਂ ਤਾਂ ਮਤਲਬ ਆਪਣਾ ਗਾਣਾ ਇੱਕ ਇੰਟਰਟੇਨਮੈਂਟ ਲਈ ਆ, ਰਾਈਟ? ਸੋ ਇੰਟਰਟੇਨਮੈਂਟ ਹੁੰਦਾ ਕਿ ਤੁਸੀਂ ਗਾਣਾ ਲਾਇਆ, ਤੁਸੀਂ ਸਾਰੇ ਬੰਦੇ ਉਹ ਸਟ੍ਰੈਸ ਫਰੀ ਹੋ ਜਾਓ, ਤੁਹਾਨੂੰ ਪੀਸਫੁਲ ਮਾਈਂਡ ਤੁਹਾਡਾ ਹੋ ਜਾਏ। ਪਰ ਜਦੋਂ ਤੁਸੀਂ ਗਾਣਾ ਸੁਣਦੇ ਤੁਹਾਨੂੰ ਸਟ੍ਰੈਸ ਹੁੰਦਾ ਆ, ਅਤੇ ਉਹਦਾ ਗਾਣੇ ਦਾ ਇੰਟਰਟੇਨਮੈਂਟ ਦਾ ਮਤਲਬ ਕੀ ਹੈ ਫਿਰ? ਕਿਉਂਕਿ ਗਾਣਾ 90% ਗਾਣੇ ਜਿਹੜੇ ਆ ਰਹੇ ਪੰਜਾਬੀ ਸੌਂਗਸ, ਦੇ ਆਰ ਕਾਸਟਿਸਟ ਸੌਂਗਸ, ਦੇਰ ਇਜ਼ ਕਾਸਟ ਵਰਡਸ, ਦੇ ਆਰ so proud of their caste, that's what they are showing in their songs. So ਇੱਥੋਂ ਦੇਖ ਕੇ ਤਾਂ ਲੱਗਦਾ ਹੈਗਾ ਕਿ ਗਾਣੇ ਜਿਹੜੇ ਹੈਗੇ ਹੁਣ, ਪਹਿਲਾਂ ਗਾਣੇ ਸੁਣਨਯੋਗ ਹੁੰਦੇ ਸੀਗੇ, ਹੁਣ ਤਾਂ 90% ਸੌਂਗਸ ਇਹ ਹੈਗੇ ਕਿ ਤੁਸੀਂ ਕਹਿੰਦੇ ਕਿ ਨਹੀਂ, ਜੇ ਤੁਸੀਂ ਅੱਜ ਖੜ ਰਹੇ ਹੈਗੇ ਕਾਸਟ ਦੇ ਖਿਲਾਫ, ਤੇ ਤੁਸੀਂ ਉਸ ਤਰ੍ਹਾਂ ਦੇ ਗਾਣੇ ਕਿਸ ਤਰ੍ਹਾਂ ਸੁਣ ਸਕਦੇ? ਫਿਰ ਤੁਸੀਂ ਕਿੱਥੋਂ ਲੈ ਕੇ ਆਓਗੇ ਇੰਟਰਟੇਨਮੈਂਟ ਦਾ? ਗਾਣਾ ਲਿਖਣ ਵਾਲਾ ਜਾਂ ਗਾਣਾ ਗਾਉਣ ਵਾਲਾ ਮਤਲਬ ਉਹ ਕੀ ਸੋਚਦਾ ਹੈਗਾ? ਕਿ ਉਹ ਇਸ ਚੀਜ਼ ਨੂੰ ਨਹੀਂ ਸੋਚਦਾ ਹੈਗਾ ਕਿ ਇਹ ਵੀ ਇੱਕ ਪਾਰਟ ਆਫ ਕਾਸਟਿਜ਼ਮ ਹੀ ਹੈਗਾ ਆ, ਵੀ ਮੈਂ ਆਪਣੀ ਕਾਸਟ ਨੂੰ ਹਾਈ ਪ੍ਰੋਫਾਈਲ ਕਰਕੇ ਦੱਸ ਰਿਹਾ ਹੈਗਾ। ਅਤੇ ਮੈਨੂੰ ਇਹਨਾਂ ਚੀਜ਼ਾਂ ਤੋਂ ਲੱਗਦਾ ਕਿ ਕਿੱਥੇ ਕਿੱਥੇ ਤੁਸੀਂ ਅਵੇਅਰ ਕਰੋਗੇ, ਮਤਲਬ ਇਸ ਤੋਂ ਜ਼ਿਆਦਾ ਵੱਧ ਰਹੀ ਹੈਗੀ ਹੈ, ਅੱਗੇ ਤੋਂ ਵੀ ਜ਼ਿਆਦਾ ਹੋ ਰਿਹਾ ਹੈਗਾ। ਅਤੇ ਫਿਰ ਵੀ ਜਿੱਥੇ ਸਾਡਾ ਬਣਦਾ ਹੈਗਾ ਅਸੀਂ ਉਹ ਆਪਣਾ ਕਰ ਰਹੇ ਹੈਗੇ, ਜਿੰਨਾ ਕੁ ਆਪਾਂ ਕਰ ਸਕਦੇ ਹੈਗੇ ਹਾਂ। ਅਤੇ ਮੈਨੂੰ ਲੱਗਦਾ ਕਿ ਬਹੁਤ ਵੱਡੇ ਪੱਧਰ 'ਤੇ ਗੱਲ ਕਰਨ ਦੀ ਲੋੜ ਹੈਗੀ ਆ ਮੇਨ ਮੀਡੀਆ 'ਚ। ਇਹ ਗਾਣਿਆਂ ਨੂੰ ਬੈਨ ਕਰਨ ਦੀ ਲੋੜ ਹੈਗੀ ਆ, ਜਾਂ ਕਿੱਦਾਂ ਇਹਨਾਂ ਤੱਕ ਪਹੁੰਚਾਇਆ ਜਾਏ ਵੀ ਕੀ ਉਹਨਾਂ ਤੋਂ ਹੀ ਪੁੱਛਣਾ ਚਾਹੀਦਾ ਕੀ ਤੁਸੀਂ ਦੱਸਣਾ ਚਾਹੁੰਦੇ ਹੋ। ਅਤੇ ਇਹ ਬਹੁਤ ਹੋ ਰਿਹਾ ਹੈਗਾ ਅੱਜ ਕੱਲ੍ਹ। ਹਾਂਜੀ, ਆਪਾਂ ਨੂੰ ਜਿੱਦਾਂ ਐਸ ਐਡ ਮਨਜੀਤ ਨੇ ਕਿਹਾ ਵੀ ਆਪਾਂ ਨੂੰ ਉਸ ਚੀਜ਼ ਦੇ ਖਿਲਾਫ ਖੜਨਾ ਚਾਹੀਦਾ, ਉਹਨੂੰ ਜਸਟੀਫਾਈ ਕਰਨ ਦੀ ਦੱਸਣਾ ਵੀ ਇਹ ਇਜ਼ ਨਾਟ ਪ੍ਰੀਵੇਲਿੰਗ, ਇਹ ਹੈ ਨਹੀਂ, ਇਹ ਮੈਨ ਮੇਡ ਹੈਗੀ ਆ। ਆਪਾਂ ਨੂੰ ਇਹ ਤੋਂ ਉੱਪਰ ਉੱਠਣਾ ਚਾਹੀਦਾ, ਤਦੇ ਸੋਸਾਇਟੀ ਡਿਵੈਲਪ ਹੋਊਗੀ, ਤਦੇ ਸੋਸਾਇਟੀ ਜਿਹੜੀ ਹੈਗੀ ਆ ਉਹ ਵਰਕਆਊਟ ਕਰੇਗੀ, ਤਦੇ ਸਾਡੀ ਡਿਵੈਲਪਮੈਂਟ ਹੋਊਗੀ। ਸੇਮ ਥਿੰਗ ਬਾਬਾ ਸਾਹਿਬ ਨੇ ਕਿਹਾ ਜਦੋਂ ਇਹ ਕਾਸਟਿਜ਼ਮ ਖਤਮ ਹੋਊਗਾ ਤਾਂ ਮੋਰ ਪ੍ਰੋਗਰੈਸ ਹੋਊਗੀ। ਉਹਨੇ ਕਹਿੰਦੇ ਜਿੱਥੇ ਵੀ ਵਰਲਡ 'ਚ ਤੁਸੀਂ ਜਾਓਗੇ ਇਹਨੇ ਜਾਣਾ ਸਾਰੇ ਪਾਸੇ, ਜੇ ਇਹਨੂੰ ਛੱਡੂਗੇ। ਹੁਣ ਆਈ ਥਿੰਕ ਇਹੀ ਕੁਛ ਹੋ ਰਿਹਾ, ਤਦੇ ਆਪਾਂ ਇਹ ਸਾਰਾ ਕੁਛ ਕਰ ਰਹੇ ਹਾਂ ਵੀ ਇਹ ਜਿਹੜੀ ਹੈਗੀ ਆ ਇਹਦੀ ਬਾਹਰ ਕਿਤੇ ਗਲੋਬਲ ਏਜ ਇੱਕ ਬਿਮਾਰੀ ਨਾ ਬਣ ਜਾਵੇ। ਆਪਾਂ ਇਸੇ 'ਤੇ ਵਰਕ ਕਰ ਰਹੇ ਹਾਂ, ਆਪਾਂ ਇਸੇ 'ਤੇ ਵਰਕ ਕਰ ਰਹੇ ਹਾਂ। ਉੱਦਾਂ ਤਾਂ ਕਾਫੀ ਹੋ ਰਿਹਾ ਕਿ ਤੁਸੀਂ ਬੈਠ ਉੱਠ ਲਾਓਗੇ, ਖਾਣਾ ਪੀਣਾ ਦੀ ਤੁਹਾਡੀ ਸਾਂਝ ਹੋ ਜਾਊਗੀ, ਪਰ ਜਦੋਂ ਮੈਰਿਜ ਦੀ ਗੱਲ ਆਊਗੀ ਫਿਰ ਤੁਹਾਨੂੰ ਘਰਾਂ ਤੋਂ ਪਤਾ ਲੱਗਦਾ ਹੈਗਾ ਕਿ ਤੁਸੀਂ ਆਹ ਕਾਸਟ, ਜੋ ਵੀ ਸੋ ਕਾਲਡ ਕਾਸਟ ਹੈਗੀਆਂ, ਕਿ ਇਹਨਾਂ ਨਾਲ ਨਹੀਂ ਕਰਨਾ ਹੈਗਾ। ਬੱਚਿਆਂ ਨੂੰ ਇਹ ਸਿਖਾਇਆ ਜਾਂਦਾ ਹੈ। ਅਤੇ ਮਤਲਬ ਮੇਰਾ ਮਤਲਬ ਕਹਿੰਦਾ ਕਿ ਤੁਸੀਂ ਇਹ ਸਿਖਾ ਕੇ ਕੀ ਸ਼ੋਅ ਕਰਨਾ ਚਾਹੁੰਦੇ ਹੋ, ਜਾਂ ਕਿਹੋ ਜਿਹੀ ਸੁਸਾਇਟੀ ਬਣਾਉਣਾ ਚਾਹੁੰਦੇ ਹੋ। ਤੁਸੀਂ ਕੈਨੇਡਾ ਆ ਕੇ ਵੀ ਉਹੀ ਚੀਜ਼ਾਂ ਜੇ ਕਰਨੀਆਂ ਚਾਹੁੰਦੇ ਤਾਂ ਇਹ ਵੀ ਫਿਰ ਉਹੀ ਇੰਡੀਆ ਜਾਂ ਪੰਜਾਬ ਹੀ ਬਣ ਜਾਊਗਾ। ਜਿੱਦਾਂ ਪਰਿਵਾਰ ਇੱਕ ਸਮਾਜ ਦੀ ਇੱਕ ਸਮੋਲੈਸਟ ਇਕਾਈ ਹੈ, ਜਿੱਦਾਂ ਸ਼ੁਰੂ ਕਰਦੇ ਹਾਂ ਆਪਾਂ, ਯੂਨਿਟ ਹੈਗਾ, ਉਹ ਸੇਮ ਆਪਾਂ ਨੂੰ ਆਪਣੇ ਆਪ ਨੂੰ ਅਵੇਅਰ ਕਰਨਾ, ਆਪਣੇ ਬੱਚਿਆਂ ਨੂੰ ਅਵੇਅਰ ਕਰਨਾ ਕਿ ਆਲ ਹਿਊਮਨਸ ਆਰ ਇਕੁਅਲ ਆ। ਮੈਂ ਇਹੀ ਚਾਹੁੰਦਾ ਕਿ ਆਪਣੇ ਹਰ ਇੱਕ ਪਰਿਵਾਰ ਦੇ ਹਰ ਇੱਕ ਇਨਸਾਨ ਨੂੰ ਇਹ ਚਾਹੀਦਾ ਵੀ ਕਿਸੇ ਨਾਲ ਵੀ ਇਕੁਅਲ ਉਹਨਾਂ ਦੇ ਨਾਲ ਟਰੀਟ ਕੀਤਾ ਜਾਵੇ। ਕਿਉਂਕਿ
ਜਦੋਂ ਆਪਾਂ ਇਹ ਗੱਲ ਕਰਦੇ ਹੈਗੇ ਵੀ ਕਿੱਦਾਂ ਸਮਾਜ ਨੂੰ ਆਪਾਂ ਇਕੁਅਲ ਲੈ ਕੇ ਆਉਣਾ, ਉਹ ਤਾਂ ਡਾਕਟਰ BR ਅੰਬੇਡਕਰ ਜੀ ਉਹਨਾਂ ਨੇ ਵੀ ਕਿਹਾ ਸੀ, ਇਹ ਰੋਟੀ ਬੇਟੀ ਦੀ ਸਾਂਝ ਹੋਣੀ ਚਾਹੀਦੀ ਹੈ, ਤਾਂ ਕਿ ਤੁਸੀਂ ਹਰ ਇੱਕ ਬੰਦੇ ਨਾਲ ਬੈਠ ਕੇ, ਤੁਹਾਡੇ ਇੰਟਰਕਾਸਟ ਮੈਰਿਜਸ ਹੋਣੀਆਂ ਚਾਹੀਦੀਆਂ, ਤੁਸੀਂ ਖਾਣਾ ਖਾ ਕੇ ਬੈਠ ਕੇ ਖਾ ਸਕਦੇ ਆ, ਕਿਸੇ ਦੀ ਡਿਗਨਿਟੀ ਆਲ ਸੇਮ, ਹਰ ਇੱਕ ਬੰਦਾ ਸੈਲਫ ਰਿਸਪੈਕਟ ਚਾਹੁੰਦਾ ਆ। ਪਰ ਹੁਣ ਚੇਂਜਸ ਆ ਵੀ ਰਹੀਆਂ, ਕਿਉਂਕਿ ਇੰਟਰਕਾਸਟਸ ਮੈਰਿਜ ਵੀ ਕਾਫੀ ਹੋ ਰਹੀਆਂ। ਕਈ ਬੱਚਿਆਂ ਨੂੰ ਬੱਚੇ ਵੀ, ਕਈ ਪੇਰੈਂਟਸ, ਇੱਕ ਦੋ ਪੇਰੈਂਟਸ ਮੈਨੂੰ ਜਾਣਦੇ ਦੱਸਦੇ, ਕਹਿੰਦੇ ਸਾਡੇ ਬੱਚੇ ਵੀ ਪੁੱਛਦੇ ਵੀ ਇਹ ਤੁਸੀਂ ਕਿਉਂ ਕਿੱਦਾਂ ਦੇ ਸ਼ਬਦ ਚੂਜ਼ ਕਰਦੇ ਘਰਾਂ ਦੇ ਵਿੱਚ, ਤੇ ਵੀ ਨਹੀਂ, ਪਰ ਬਹੁਤ ਵਧੀਆ ਹੋ ਵੀ ਰਿਹਾ। ਪਰ ਜਿਹੜਾ ਮਾੜਾ ਹੋ ਰਿਹਾ, ਆਪਾਂ ਉਹਨੂੰ ਇਹ ਚਾਹੁੰਦੇ ਹਾਂ ਵੀ ਉਹਨੂੰ ਅਵੋਇਡ ਕੀਤਾ ਜਾਵੇ, ਹਰ ਇੱਕ ਇਨਸਾਨ ਨੂੰ ਬਰਾਬਰ ਮੰਨਿਆ ਜਾਵੇ। ਜਿੱਦਾਂ ਗੁਰੂ ਪੀਰ ਸਾਡੇ ਸਾਰੇ ਧਰਮ ਇਹ ਕਹਿੰਦੇ ਆ ਵੀ ਇਨਸਾਨ ਇੱਕ ਹੈਗੇ ਆ, ਤੇ ਫਿਰ ਆਪਾਂ ਨੂੰ ਉਹਨੂੰ ਪ੍ਰੈਕਟੀਕਲ ਵੀ ਜ਼ਰੂਰ ਆਪਣੇ ਲਾਈਫ ਵਿੱਚ ਲੈ ਕੇ ਆਉਣਾ ਚਾਹੀਦਾ, ਇਕੱਲਾ ਕਹਿਣ ਦੇ ਨਾਲ ਨਹੀਂ। ਤੇ ਤਦੇ ਸਮਾਜ ਸੁਧਰੂਗਾ, ਤਦੇ ਇਕੁਅਲ ਹੋਊਗਾ, ਤਦੇ ਸਾਰੇ ਵਧੀਆ ਰਹਿ ਸਕਦੇ ਆ। ਪਹਿਲਾਂ ਤਾਂ ਜਿਸ ਤਰ੍ਹਾਂ ਸਾਡਾ ਜਿਹੜਾ ਇੰਡੀਅਨ ਸਮਾਜ ਸੁਸਾਇਟੀ ਹੈਗੀ ਆ, ਉਹਨੇ ਔਰਤ ਨੂੰ ਦਰਜਾ ਹੀ ਪਹਿਲਾਂ ਸੈਕਿੰਡ ਦਿੱਤਾ ਹੋਇਆ। ਮਤਲਬ ਚਾਹੇ ਤੁਸੀਂ ਸੋ ਕਾਲਡ ਅਪਰ ਕਾਸਟ ਔਰਤ ਹੋ ਗਏ ਆ, ਚਾਹੇ ਤੁਸੀਂ ਸੋ ਕਾਲਡ ਦਲਿਤ ਹੈਗੇ ਆ ਨਾ, ਔਰਤ ਜਿਹੜੀ ਹੈਗੀ ਪਹਿਲੋਂ ਹੀ ਜੋ ਧਰਮ ਹੈਗਾ ਉਹਨੇ ਕਿਹਾ ਕਿ ਪੈਰ ਦੀ ਜੁੱਤੀ ਹੈਗੀ ਆ, ਠੀਕ ਹੈ। ਤਾਂ ਪਹਿਲਾ ਤਾਂ ਸਟੈਪ ਇਹ ਹੋ ਗਿਆ ਕਿ ਤੁਸੀਂ ਤਾਂ ਔਰਤ ਹੋ, ਤੁਸੀਂ ਤਾਂ ਸੈਕਿੰਡ ਸਿਟੀਜ਼ਨ ਹੋ, ਠੀਕ ਹੈ। ਔਨ ਦਾ ਟੌਪ ਆਫ ਦੈਟ, ਇਫ ਯੂ ਆਰ ਸੋ ਕਾਲਡ ਲੋ ਕਾਸਟ ਔਰ ਦਲਿਤ ਔਰਤ, ਤਾਂ ਉਹਦੇ 'ਚ ਤਾਂ ਫਿਰ ਤੁਸੀਂ ਉਹ ਜਿਹੜੀ ਹੈਗੀ ਔਰਤ ਹੈਗੀ ਹੈ, ਡਬਲ ਜਿਹੜੀ ਹੈਗੀ ਡਿਸਕ੍ਰਿਮੀਨੇਸ਼ਨ ਨੂੰ ਸਹਿੰਦੀ ਹੈ, ਕਿਉਂਕਿ ਇੱਕ ਤਾਂ ਹੈਗੀ ਆ ਔਰਤ, ਤੁਸੀਂ ਔਰਤ ਹੋ, ਠੀਕ ਹੈ। ਦੂਸਰਾ ਹੈਗਾ ਕਿ ਜਿਹੜੀ ਮੈਨ ਡੋਮੀਨੇਟਡ ਸੁਸਾਇਟੀ ਹੈਗੀ, ਉਹ ਐਵਰੀ ਸੈਕਟਰ 'ਚ ਹੈਗੀ ਹੈ, ਚਾਹੇ ਉਹ ਸੋ ਕਾਲਡ ਅਪਰ ਕਾਸਟ ਹੈ, ਸੋ ਕਾਲਡ ਲੋ ਕਾਸਟ ਹੈ। ਸੋ ਦੋ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਜਿਹੜੀ ਔਰਤ ਹੈਗੀ ਉਹ ਸਹਿੰਦੀ ਹੈਗੀ ਆ। ਉਹ ਜਿਹੜੀ ਅਪਰ ਕਾਸਟ ਔਰਤ ਹੈਗੀ, ਉਹ ਲੋਅਰ ਕਾਸਟ ਔਰਤ ਨਾਲ ਵੀ ਡਿਸਕ੍ਰਿਮੀਨੇਸ਼ਨ ਕਰਦੀ ਹੈ, ਆਈ ਥਿੰਕ 3 ਟਾਈਮਸ ਹੈਗੀ ਆ। ਸੋ ਇੱਕ ਤਾਂ ਤੁਹਾਡੇ ਆਪਣੇ ਹੀ ਜਿਹੜੇ ਪਰਿਵਾਰ ਹੈਗੇ ਆ ਮੈਨ ਮੇਡ, ਜਾਂ ਤੁਹਾਡੇ ਮੈਨ ਡੋਮੀਨੇਟਡ ਸੁਸਾਇਟੀ ਹੈ, ਤੁਹਾਡੇ ਪੇਰੈਂਟਸ ਹੈਗੇ ਆ, ਤੁਹਾਡੇ ਫਾਦਰ ਹੈ, ਤੁਹਾਡੇ ਬ੍ਰਦਰ ਹੈ, ਤੁਹਾਡੇ ਹਸਬੈਂਡ ਹੈ, ਉਹਨਾਂ ਤੋਂ ਡਿਸਕ੍ਰਿਮੀਨੇਸ਼ਨ, ਉਹਨਾਂ ਤੋਂ ਤੁਸੀਂ ਜਿਹੜਾ ਪ੍ਰੈਸ਼ਰ। ਫਿਰ ਦੂਸਰਾ ਜਿਹੜਾ ਹੈਗਾ ਅਪਰ ਕਾਸਟ ਔਰਤਾਂ ਤੋਂ ਵੀ, ਤੇ ਅਪਰ ਕਾਸਟ ਬੰਦਿਆਂ ਤੋਂ ਵੀ। ਮਤਲਬ ਕਹਿੰਦਾ ਕਿ ਪਤਾ ਨਹੀਂ ਕਿੰਨੇ ਮਲਟੀਪਲ ਟਾਈਮ ਉਹ ਜਿਹੜਾ ਹੈਗਾ ਉਹ ਦਬਾਈ ਜਾ ਰਹੀ ਹੈਗੀ ਆ। ਤੇ ਉਹਨੂੰ ਜੇਕਰ ਉਹ ਔਰਤ ਉੱਠ ਕੇ ਉੱਪਰ ਆਉਂਦੀ ਹੈਗੀ ਆ, ਤਾਂ ਉਹਦੇ ਤੁਸੀਂ ਇਹ ਨਾ ਸੋਚੋ ਕਿ ਉਹਨੂੰ ਬਹੁਤ ਪਾਥ ਜਿਹੜਾ ਹੈਗਾ ਕਲੀਅਰ ਮਿਲ ਗਿਆ, ਇੱਕਦਮ ਆ ਗਈ। ਉਹ ਬਹੁਤ ਸਾਰੀਆਂ ਹਡਲਸ ਚੋਂ ਨਿਕਲ ਕੇ ਆਉਂਦੀ ਹੈ। ਮਤਲਬ ਜੇ ਕੋਈ ਤਰੱਕੀ ਕਰਦੀ ਔਰਤ, ਸੋ ਕਾਲਡ ਲੋਅਰ ਕਾਸਟ, ਸੋ ਉਹਨੂੰ ਇੰਨੀਆਂ ਹਡਲਸ ਆ ਰਹੀਆਂ ਹੁੰਦੀਆਂ ਜਿਨ੍ਹਾਂ 'ਚੋਂ ਨਿਕਲ ਕੇ ਆਉਂਦੀ ਹੈ, ਕਿਉਂਕਿ ਉਹਨਾਂ ਨੂੰ ਉਹ ਕੋਲ ਡਿਸਕ੍ਰਿਮੀਨੇਸ਼ਨ ਹੀ ਬਹੁਤ ਹੋ ਰਹੀ ਹੈਗੀ ਹੈ ਸਾਰੇ ਪਾਸਿਆਂ ਤੋਂ। ਸੋ ਆਈ ਥਿੰਕ ਦ ਓਨਲੀ ਥਿੰਗ ਇਜ਼ ਐਜੂਕੇਸ਼ਨ ਸਟਿਲ। ਐਜੂਕੇਸ਼ਨ ਜਦੋਂ ਤੁਹਾਡੇ ਕੋਲ ਹੈਗੀ ਆ, ਜਾਂ ਤੁਹਾਡਾ ਮਾਈਂਡ ਸੈਟ ਜਿਹੜਾ ਹੈਗਾ ਕਲੀਅਰ ਹੈਗਾ, ਜਾਂ ਤੁਹਾਡਾ ਬ੍ਰੇਨ ਜਿਹੜਾ ਹੈਗਾ ਉਹ ਬਿਲਕੁਲ ਇਹਨਾਂ ਚੀਜ਼ਾਂ ਦੇ ਖਿਲਾਫ ਖੜਾ ਹੈਗਾ, ਕਲੀਅਰ ਹੈਗਾ, ਤੇ ਤੁਸੀਂ ਜੋ ਵੀ ਕਰਨਾ ਅਚੀਵ ਕਰ ਸਕਦੇ ਆ। ਤੇ ਇਹ ਸਾਡੇ ਇੰਡੀਅਨ ਸੁਸਾਇਟੀ 'ਚ ਹੈਗਾ ਹੀ ਆ ਕਿ ਔਰਤ ਨੂੰ ਹਮੇਸ਼ਾ ਹੀ ਨੀਚੇ ਸਮਝਿਆ ਗਿਆ। ਮੈਂ ਵੈਸੇ ਕੁਝ ਪੜ੍ਹ ਰਹੀ ਸੀ ਤੇ ਮੈਨੂੰ ਉਹ ਸੋਹਣਾ ਲੱਗਿਆ, ਤੇ ਮੈਨੂੰ ਲੱਗਿਆ ਕਿ ਮੈਨੂੰ ਵੀ ਲਿਖਣਾ ਚਾਹੀਦਾ ਕਿ ਮੈਂ ਕਿਸ ਤਰ੍ਹਾਂ ਦੀ ਧੀ ਜਾਂ ਕਿਸ ਤਰ੍ਹਾਂ ਦੀ ਔਰਤ ਬਣਨਾ ਚਾਹੁੰਦੀ ਹਾਂ। ਓਕੇ, ਸੋ ਧੀ ਮੈਂ ਭਾਰਤ ਮਹਾਨ ਦੀ ਹਾਂ, ਧੀ ਮੈਂ ਭਾਰਤ ਮਹਾਨ ਦੀ ਹਾਂ, ਮੈਂ ਬੋਲਦੀ ਵਿੱਚੋਂ ਸੰਵਿਧਾਨ ਇਹਦੇ। ਇਹ ਧਰਤ ਬੁੱਧ ਦੀ ਏ, ਕ੍ਰਾਂਤੀਕਾਰਾਂ ਦੀ ਏ। ਇਹ ਧਰਤ ਬੁੱਧ ਦੀ ਏ, ਕ੍ਰਾਂਤੀਕਾਰਾਂ ਦੀ ਏ, ਯਾਦ ਰੱਖਾਂਗੀ ਸਾਰੇ ਸ਼ਹੀਦ ਇਹਦੇ। ਸੋਚ ਮਨੂਵਾਦੀ ਜੇ ਇਸ ਤੇ ਹੋ ਗਈ ਹਾਵੀ, ਭਾਰਤ ਦੇ। ਸੋਚ ਮਨੂਵਾਦੀ ਜੇ ਇਸ ਤੇ ਹੋ ਗਈ ਹਾਵੀ, ਮੈਂ ਉੱਪਰ ਉੱਠਾਂਗੀ ਝਲਕਾਰੀ ਬਣ ਕੇ। ਜਿਨ੍ਹਾਂ ਸੋਚਾਂ ਨੇ ਮੈਨੂੰ ਨੋਚਿਆ ਏ, ਜਿਨ੍ਹਾਂ ਸੋਚਾਂ ਨੇ ਮੈਨੂੰ ਨੋਚਿਆ ਏ, ਮੈਂ ਖਾਰਿਜ ਕਰਾਂਗੀ ਸਵਿਤਰੀ ਬਾਈ ਫੂਲੇ ਬਣ ਕੇ। ਜਿਨ੍ਹਾਂ ਸੋਚਾਂ ਨੇ ਮੈਨੂੰ ਨੋਚਿਆ ਏ, ਮੈਂ ਖਾਰਿਜ ਕਰਾਂਗੀ ਇੱਕ ਵਿਦਵਾਨ ਬਣ ਕੇ। ਮੈਂ ਖਾਧੀ ਹੈ ਕਸਮ ਬਾਬਾ ਸਾਹਿਬ ਜੀ ਦੀ, ਮੈਂ ਖਾਧੀ ਹੈ ਕਸਮ ਬਾਬਾ ਸਾਹਿਬ ਜੀ ਦੀ, ਮੈਨੂੰ ਜਿੰਦ ਵੀ ਵਾਰ ਨਹੀਂ ਪੈ ਸਕਦੀ। ਡਾਕਟਰ ਅੰਬੇਡਕਰ ਜੀ ਮੇਰੇ ਲਈ ਲੜ ਗਏ, ਉਹਨਾਂ ਦੀ ਸੋਚ ਨੂੰ ਸਜਦਾ ਮੈਂ ਕਰਦੀ, ਉਹਨਾਂ ਦੀ ਕਲਮ ਨੂੰ ਸਜਦਾ ਮੈਂ ਕਰਦੀ। ਮੈਨੂੰ ਮਨੂ ਸਮਾਜ ਨੇ ਸੀ ਭੰਡਿਆ, ਮੈਨੂੰ ਮਨੂ ਸਮਾਜ ਨੇ ਸੀ ਭੰਡਿਆ, ਤੇ ਰੱਖਿਆ ਸੀ ਮੈਨੂੰ ਸਮਾਨ ਜੁੱਤੀ। ਮੈਂ ਸਦੀਆਂ ਤੋਂ ਸੀ ਗਈ ਲਤਾੜੀ, ਮੈਂ ਸਦੀਆਂ ਤੋਂ ਸੀ ਗਈ ਲਤਾੜੀ, ਹੁਣ ਮੈਂ ਰਵਾਂਗੀ ਭਾਰਤ ਦੀ ਆਨ ਬਣ ਕੇ, ਹੁਣ ਮੈਂ ਰਵਾਂਗੀ ਭਾਰਤ ਦੀ ਸ਼ਾਨ ਬਣ ਕੇ। ਸਤੀ ਪ੍ਰਥਾ,
ਬਾਲ ਪ੍ਰਥਾ ਤੇ ਪ੍ਰਥਾ ਦਾਸੀ, ਮੇਰੇ ਪੈਰਾਂ ਵਿੱਚ ਬੇੜੀਆਂ ਪਾ ਰੱਖੀਆਂ, ਮੇਰੇ ਵਜੂਦ ਨੂੰ ਹੁਣ ਕਿਸੇ ਵੰਗਾਰਿਆ ਜੇ, ਮੈਂ ਦੱਸ ਦਵਾਂਗੀ ਬਰੂਦ ਬਣ ਕੇ। ਜੇ ਮੇਰੇ ਵਰੂਦ ਨੂੰ ਕਿਸੇ ਵੰਗਾਰਿਆ ਜੇ, ਮੈਂ ਦੱਸ ਦਵਾਂਗੀ ਫਿਰ ਬਰੂਦ ਬਣ ਕੇ। ਆਵਾਜ਼ ਮੈਂ ਭਾਰਤੀ ਨਾਰੀ ਦੀ ਹਾਂ, ਆਵਾਜ਼ ਮੈਂ ਭਾਰਤੀ ਨਾਰੀ ਦੀ ਹਾਂ, ਤੇ ਸੁਰੱਖਿਅਤ ਹਾਂ ਮੈਂ ਵਿੱਚ ਸੰਵਿਧਾਨ ਇਹਦੇ। ਆਵਾਜ਼ ਮੈਂ ਭਾਰਤੀ ਨਾਰੀ ਦੀ ਹਾਂ, ਤੇ ਸੁਰੱਖਿਅਤ ਹਾਂ ਵਿੱਚ ਸੰਵਿਧਾਨ ਇਹਦੇ। ਬੈਂਸ ਤੈਨੂੰ ਘਰ ਦਿੱਤਾ ਬਾਬਾ ਸਾਹਿਬ ਸੰਵਿਧਾਨ ਅੰਦਰ, ਮੈਂ ਤੇਤੋਂ ਘਰ ਨਹੀਂ ਇਹ ਕੋਈ ਖੋ ਸਕਦਾ। ਭਾਰਤੀ ਨਾਰੀ ਤੈਨੂੰ ਘਰ ਦਿੱਤਾ ਬਾਬਾ ਸਾਹਿਬ ਜੀ ਨੇ ਸੰਵਿਧਾਨ ਅੰਦਰ, ਇਹ ਘਰ ਨਹੀਂ ਤੇਤੋਂ ਕੋਈ ਖੋ ਸਕਦਾ। ਮੈਂ ਘਰ ਨਹੀਂ ਕਿਸੇ ਨੂੰ ਇਹ ਖੋਣ ਦੇਣਾ। ਮੈਂ ਧੀ ਹਾਂ ਭਾਰਤ ਮਹਾਨ ਦੀ, ਮੈਂ ਨਾਰੀ ਹਾਂ ਭਾਰਤ ਮਹਾਨ ਦੀ, ਮੈਂ ਬੋਲਦੀ ਹਾਂ ਵਿੱਚੋਂ ਸੰਵਿਧਾਨ ਇਹਦੇ। ਚੇਤਨਾ ਐਸੋਸੀਏਸ਼ਨ ਜਿੱਦਾਂ 20 ਸਾਲ ਆਪਾਂ ਐਸਟੈਬਲਿਸ਼ ਹੋਈ ਨੂੰ ਹੋ ਗਏ ਨੇ, ਸਾਨੂੰ ਵੀ ਮੋਰ ਦੈਨ 10 years ਹੋ ਗਏ ਆ। ਸਿਰਫ ਇਹ ਚੇਤਨਾ ਦਾ ਪਰਪਸ ਇਹੀ ਹੈ, ਅਵੇਅਰਨੈਸ, ਇਨਕਲੂਸਿਵ ਸੋਸਾਇਟੀ, ਰਾਈਟ, ਕਾਸਟਲੈਸ ਸੋਸਾਇਟੀ, ਸਾਰੇ ਦੇਅਰ ਹਿਊਮਨਸ ਆਰ ਸੇਮ, ਰਾਈਟ। ਉਹਦੇ ਹੀ ਤਹਿਤ ਹੀ, ਇਹ ਮਿਸ਼ਨ ਦੇ ਤਹਿਤ ਹੀ ਸਾਰਾ ਕੁਝ ਜਿਹੜਾ ਵੀ ਹੈਗਾ ਆ। ਜੇ ਆਪਾਂ ਬਾਬਾ ਸਾਹਿਬ ਦੀ ਗੱਲ ਕਰਦੇ ਹਾਂ ਜਾਂ ਕਿਸੇ ਵੀ ਹੋਰ ਲੀਡਰਸ ਦੀ ਵੀ ਗੱਲ ਕਰਦੇ ਹੈਗੇ ਆ, ਉਹ ਜਿਹੜਾ ਕਿ ਸਾਨੂੰ ਐਕਸਕਲੂਸਿਵ ਸੁਸਾਇਟੀ ਦੀ ਗੱਲ ਕਰਦਾ ਆ, ਆਪਾਂ ਉਹਦੇ ਵਿੱਚ ਬਿਲੀਵ ਕਰਦੇ ਹਾਂ। ਅਤੇ ਚੇਤਨਾ ਇਜ਼ ਡੂਇੰਗ ਵੈਲ। ਜਿਵੇਂ ਕਿ ਕੋਈ ਸੈਮੀਨਾਰ ਵਗੈਰਾ, ਜਿੱਦਾਂ ਆਪਾਂ ਯੂਨੀਵਰਸਿਟੀਆਂ ਦੇ ਨਾਲ ਚੇਤਨਾ ਨੇ ਡਾਕਟਰ BR ਅੰਬੇਡਕਰ ਲੈਕਚਰ ਸੀਰੀਜ਼ ਕੀਤੀ ਹੈਗੀ ਹੈ, ਉਹਦੇ ਨਾਲ ਜਿਹੜੇ ਸਟੂਡੈਂਟਸ ਹੈਗੇ ਆ ਉਹ ਇੰਗੇਜ ਹੁੰਦੇ ਆ, ਉਹਨਾਂ ਨੂੰ ਪਤਾ ਲੱਗਦਾ ਹੈ। ਇੱਥੇ ਦੇ ਸਟੂਡੈਂਟਸ ਦੀ ਆਪਾਂ ਜਿਹੜੀ ਗੱਲ ਕਰਦੇ, ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਆ। ਆਪਣੇ ਪ੍ਰੋਗਰਾਮ ਇੱਦਾਂ ਅਲਾਈਨ ਕੀਤੇ ਜਾਂਦੇ ਆ ਜਿਹਦੇ ਵਿੱਚ ਆਪਣੇ ਹਰ ਸੁਸਾਇਟੀ ਨੂੰ ਇਨਵੋਲਵ ਕਰਕੇ ਔਰ ਇਹ ਦੱਸਿਆ ਜਾਵੇ ਵੀ ਸੋਸ਼ਲ ਜਸਟਿਸ ਦੀ ਗੱਲ ਕੀਤੀ ਜਾਂਦੀ ਹੈਗੀ। ਜਿਵੇਂ ਆਪਾਂ ਸਿੰਪੋਜ਼ੀਅਮ ਵਗੈਰਾ ਵੀ ਨੈਕਸਟ ਈਅਰ ਅਰੇਂਜ ਕੀਤਾ ਹੈਗਾ, ਉਹ ਵੀ ਸੇਮ ਹੈਗਾ ਵੀ ਤਾਂ ਕਿ ਇਸ ਤਰ੍ਹਾਂ ਦੀ ਅਵੇਅਰਨੈਸ ਪੈਦਾ ਹੋਵੇ, ਹਰ ਇੱਕ ਬੰਦੇ ਨੂੰ ਇਹ ਪਤਾ ਲੱਗੇ ਵੀ ਓਨਲੀ ਆਪਾਂ ਡਾਕਟਰ BR ਅੰਬੇਡਕਰ ਜੀ ਉਹਨਾਂ ਨੂੰ ਵੈਸੇ ਸੁਣਨਾ ਨਹੀਂ ਜਾਂ ਨਾਂ ਨਹੀਂ ਜਾਣਨਾ, ਉਹਨਾਂ ਨੇ ਕੀਤਾ ਕੀ ਹੈਗਾ ਅਤੇ ਉਹਨਾਂ ਦਾ ਮੋਟਿਵ ਕੀ ਸੀਗਾ ਕਾਸਟਲੈਸ ਸੁਸਾਇਟੀ ਬਣਾਉਣ ਦਾ ਜਾਂ ਸੋਸ਼ਲ ਜਸਟਿਸ 'ਤੇ ਜਿਹੜਾ ਕੰਮ ਕੀਤਾ ਉਹਦੀ ਅਵੇਅਰਨੈਸ ਲੈ ਆਉਂਦਾ। ਅਤੇ ਮੈਂ ਵੀ ਜਿਸ ਤਰ੍ਹਾਂ ਚੇਤਨਾ ਐਸੋਸੀਏਸ਼ਨ ਐਸੋਸੀਏਟ ਹੋਈ ਹੈਗੀਆਂ ਆਲਮੋਸਟ 7-8 years ago, ਅਤੇ ਰਾਈਟ ਨਾਓ ਮੈਂ ਕੰਮ ਕਰ ਰਹੀ ਹਾਂ ਉਹਨਾਂ ਦੇ ਨਾਲ ਐਜ਼ ਅ ਵਿਮਨ ਇੰਪਾਵਰਮੈਂਟ ਚੇਅਰ 'ਤੇ। ਅਤੇ ਡੈਫੀਨੇਟਲੀ ਜਿਸ ਤਰ੍ਹਾਂ ਸਰਜੀਤ ਨੇ ਦੱਸਿਆ ਕਿ ਜਿਹੜੀ ਚੇਤਨਾ ਐਸੋਸੀਏਸ਼ਨ ਹੈਗੀ ਆ, ਇਟ ਜਸਟ ਅਬਾਊਟ ਅਵੇਅਰਨੈਸ, ਜਿਸ ਤਰ੍ਹਾਂ ਨਾਮ ਹੀ ਹੈਗਾ ਕਿ ਚੇਤਨਾ ਨਾ, ਅਵੇਅਰਨੈਸ ਕਰਨੀ ਕਿ ਬਾਬਾ ਸਾਹਿਬ ਦਾ ਮਿਸ਼ਨ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਆ। ਜਿਸ ਤਰ੍ਹਾਂ ਉਹਨਾਂ ਦਾ ਮਿਸ਼ਨ ਸੀਗਾ ਜਸਟਿਸ, ਇਕੁਐਲਿਟੀ, ਲਿਬਰਟੀ, ਫਰਟਰਨਿਟੀ। ਸੋ ਉਸੇ ਹੀ ਅਸੀਂ ਮਿਸ਼ਨ 'ਤੇ ਕੰਮ ਕਰਦੇ ਹਾਂ। ਜੇ ਦੇਖਦੇ ਹਾਂ ਕਿ ਕਿਤੇ ਰੇਸਿਜ਼ਮ ਹੋ ਰਿਹਾ ਹੈਗਾ ਜਾਂ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਹੋ ਰਹੀ ਹੈਗੀ ਆ, ਉਹਨੂੰ ਅਸੀਂ ਅੱਗੇ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਹੋ ਤਾਂ ਰਹੀ ਹੈਗੀ ਆ, ਇੰਡੀਆ 'ਚ ਵੀ ਹੋ ਰਹੀ ਹੈ, ਇੱਥੇ ਵੀ ਆਈ ਹੋਈ ਹੈਗੀ ਹੈ। ਕਿਉਂਕਿ ਬਾਬਾ ਸਾਹਿਬ ਵੀ ਕਹਿੰਦੇ ਸੀਗੇ ਕਿ ਇਹ ਮੈਂਟੈਲਿਟੀ ਹੈਗੀ ਹੈ, ਜਿਸ ਤਰ੍ਹਾਂ ਮੈਂਟਲ ਤੁਹਾਡੀ ਮੈਂਟੈਲਿਟੀ ਹੈ, ਜਿੱਥੇ ਜਾਊਗੀ ਇਹ ਮੈਂਟੈਲਿਟੀ ਇਸ ਤਰ੍ਹਾਂ ਵੀ ਹੈਗੀ ਕਿ ਇਹ ਇੱਕ ਧਰਮ ਨਾਲ ਜੁੜ ਗਈ ਹੋਈ ਹੈਗੀ ਹੈ। ਜਿਸ ਤਰ੍ਹਾਂ ਕਹਿ ਲਓ ਕਿ ਬ੍ਰਾਹਮਣਵਾਦ ਜੋ ਇੰਡੀਆ 'ਚ ਕਾਸਟਿਜ਼ਮ ਨੂੰ ਲੈ ਕੇ ਆਇਆ ਸੀ, ਅਤੇ ਉਹ ਜਿਹੜੀ ਸੋਚ ਹੈਗੀ ਆ, ਬ੍ਰਾਹਮਣਵਾਦੀ ਸੋਚ ਜਿਹੜੀ ਹੈਗੀ ਆ, ਜੇਕਰ ਉਹ ਤੁਹਾਡੀ ਕਿਤੇ ਵੀ ਜਾਂਦੀ ਤੁਹਾਡੇ ਨਾਲ, ਭਾਵੇਂ ਅਮਰੀਕਾ ਚਲ ਜਾਓ, ਕੈਨੇਡਾ ਚਲ ਜਾਓ, ਉਹ ਸਾਰੀ ਸੋਚ ਤੁਸੀਂ ਨਾਲ ਹੀ ਲੈ ਕੇ ਆਉਂਦੇ ਹੈਗੇ ਆ। ਅਤੇ ਇਸੇ ਕਰਕੇ ਜੋ ਇੰਡੀਆ 'ਚ ਹੋ ਰਿਹਾ ਹੈਗਾ, ਉਹ ਹੁਣ ਇੱਥੇ ਵੀ ਅਸੀਂ ਐਕਡੈਮਿਕ ਸਿਸਟਮ 'ਚ ਵੀ ਜਾਂ ਸੋਸ਼ਲ ਸਰਕਲ 'ਚ ਵੀ ਇਹ ਤੁਸੀਂ ਦੇਖਦੇ ਹੈਗੇ ਆ ਕਿ ਡਿਸਕ੍ਰਿਮੀਨੇਸ਼ਨ ਬੇਸਡ ਔਨ ਕਾਸਟ ਇੱਥੇ ਵੀ ਹੋ ਰਹੀ ਹੈਗੀ ਆ। ਤੋ ਬਾਬਾ ਸਾਹਿਬ ਕਹਿ ਰਹੇ ਕਿ ਇਹ ਮੈਂਟੈਲਿਟੀ ਹੈਗੀ ਹੈ ਜਿਹੜੀ ਬਦਲਣ ਦੀ ਲੋੜ ਹੈਗੀ ਆ। ਸੋ ਉਹਦਾ ਇੱਕ ਤਾਂ ਇਹੀ ਹੈਗਾ ਕਿ ਅਸੀਂ ਅਵੇਅਰ ਕਰੀਏ ਲੋਕਾਂ ਨੂੰ, ਅਤੇ ਜੇ ਹੋ ਰਹੀ ਉਹਦੇ ਅਗੇਂਸਟ ਖੜੇ ਕਰੀਏ। ਇਸ ਤਰ੍ਹਾਂ ਕਹਿਣਾ ਕਿ ਮੈਂ ਚਲੋ ਇਸ ਡਿਸਕ੍ਰਿਮੀਨੇਸ਼ਨ ਨੂੰ, ਮੈਂ ਨਹੀਂ ਕਾਸਟ ਸਿਸਟਮ ਨੂੰ ਮੰਨਦੀ ਹੈਗੀ ਨਾ, ਉਹ ਇੱਕ ਪੁਆਇੰਟ ਹੈਗਾ। ਪਰ ਜੇ ਮੈਂ ਕਹਿੰਦੀ ਕਿ ਇਹਦੇ ਖਿਲਾਫ ਖੜ੍ਹਦੀ ਹਾਂ ਜਿੱਥੇ ਵੀ ਹੋ ਰਿਹਾ ਹੈਗਾ, ਉਹ ਹੈਗਾ ਉਹਦਾ ਇੱਕ ਤਰ੍ਹਾਂ ਸੋਲਿਊਸ਼ਨ, ਠੀਕ ਹੈ। ਅਤੇ ਫਿਰ ਅਸੀਂ ਉਸੇ ਤਰ੍ਹਾਂ ਚਾਹੁੰਦੇ ਹਾਂ ਕਿ ਬਾਬਾ ਸਾਹਿਬ ਕਹਿੰਦੇ ਸੀ ਕਿ ਮੈਂਟੈਲਿਟੀ ਜਿਹੜੀ ਹੈਗੀ ਇਹਨੂੰ ਚੇਂਜ ਕਰਨਾ ਪੈਣਾ, ਅਤੇ ਚੇਤਨਾ ਵੀ ਉਸੇ ਮਿਸ਼ਨ 'ਤੇ ਕੰਮ ਕਰਦੀ ਹੋਈ ਜਿੱਥੇ ਵੀ ਇਸ ਤਰ੍ਹਾਂ ਦਾ ਹੋ ਰਿਹਾ ਹੈਗਾ, ਅਤੇ ਅਸੀਂ ਉਹਨੂੰ ਲੈ ਕੇ ਆਉਂਦੇ ਹਾਂ ਮੇਨ ਸਟ੍ਰੀਮ 'ਚ, ਤਾਂ ਕਿ ਪਬਲਿਕ ਜਿਹੜੀ ਹੈਗੀ ਅਵੇਅਰ ਹੋ ਸਕੇ ਕਿ ਇਹ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ। ਸੋ ਆਪਾਂ ਚਾਹੁੰਦੇ ਹਾਂ ਕਿ
ਐਕੈਡੈਮਿਕਲੀ ਅਵੇਅਰਨੈਸ ਆਵੇ ਤੇ ਐਕੈਡੈਮਿਕਲੀ ਵੀ ਆਲਸੋ ਵਾਂਟ ਦੈਟ ਕਿ ਜਿਹੜਾ ਇਹ ਕਿਸੇ ਤਰ੍ਹਾਂ ਦੀ ਪਾਲਿਸੀਜ਼ ਜਾਂ ਰੂਲ ਲਾਜ਼ ਬਣਨ ਕਿ ਇਹ ਜਿਹੜਾ ਡਿਸਕ੍ਰਿਮੀਨੇਸ਼ਨ ਬੇਸਡ ਔਨ ਕਾਸਟ ਸਿਸਟਮ ਹੈਗੀ ਆ ਇਹ ਕੋਈ ਪਾਲਿਸੀਜ਼ ਇਨ ਪਲੇਸ ਹੋਣ ਹਨਾ ਔਰ ਕਰਿਕੂਲਮ 'ਚ ਵੀ ਕੁਝ ਇਸ ਤਰ੍ਹਾਂ ਦਾ ਦੱਸਿਆ ਜਾਏ ਕਿ ਇਹ ਜਿਹੜੀ ਹੈਗੀ ਜਿਸ ਤਰ੍ਹਾਂ ਆਪਾਂ ਕਹਿੰਦੇ ਕਿ ਜਿਸ ਤਰ੍ਹਾਂ ਤੁਸੀਂ ਆਪਣੀ ਜੇ ਹਿਸਟਰੀ ਨਹੀਂ ਜਾਣਦੇ ਹੈਗੇ ਤਾਂ ਤੁਸੀਂ ਉਹ ਲਈ ਸਟਰਗਲ ਵੀ ਨਹੀਂ ਕਰ ਸਕਦੇ ਆਪਣੀ ਬੈਕਗ੍ਰਾਉਂਡ ਹਿਸਟਰੀ ਨਾਲ ਤੇ ਆਪਾਂ ਚਾਹੁੰਦੇ ਹਾਂ ਕਿ ਜਿਹੜੀ ਇਹ ਹਿਸਟਰੀ ਹੈਗੀ ਹੈ ਇੰਡੀਆ ਦੀ ਕਾਸਟ ਸਿਸਟਮ ਦੀ ਇਸ ਨੂੰ ਇਦਾਂ ਨਹੀਂ ਕਿ ਆਪਾਂ ਕਹਿ ਦਈਏ ਕਿ ਨਹੀਂ ਹੈ ਹੀ ਨਹੀਂ ਆ ਕੁਝ ਇਸ ਤਰ੍ਹਾਂ ਨਹੀਂ ਇਹਦਾ ਪਤਾ ਲੱਗਣਾ ਚਾਹੀਦਾ ਕਿ ਇਹ ਕਾਸਟ ਸਿਸਟਮ ਹੈਗਾ ਆ ਕਿਉਂ ਬਣਿਆ ਹੈਗਾ ਤੇ ਇਸ ਦੇ ਬੇਸ ਤੇ ਡਿਸਕ੍ਰਿਮੀਨੇਸ਼ਨ ਹੋ ਰਹੀ ਹੈਗੀ ਤੇ ਸਾਡੀ ਚੇਤਨਾ ਅਸੀਂ ਚਾਹੁੰਦੇ ਹੈਗੇ ਕਿ ਐਕੈਡੈਮਿਕਲੀ ਜੋ ਸਾਡੇ ਬੱਚੇ ਜਿਹੜੇ ਹੈਗੇ ਆ ਉਹਨੂੰ ਫੇਸ ਕਰ ਰਹੇ ਆ ਅੱਜ ਇੱਥੇ ਕੈਨੇਡਾ 'ਚ ਉਹ ਫੇਸ ਨਾ ਕਰਨ ਹਨਾ ਤੇ ਬਾਕੀ ਜਿਹੜਾ ਹੈਗਾ ਕਿ ਇਹਦੇ ਲਈ ਅਸੀਂ ਫਿਰ ਜਿਸ ਤਰ੍ਹਾਂ ਸੁਰਜੀਤ ਨੇ ਕਿਹਾ ਕਿ ਸਾਰੀਆਂ ਯੂਨੀਵਰਸਿਟੀਆਂ ਨਾਲ ਰਲ ਕੇ ਆਪਾਂ ਚਾਹੁੰਦੇ ਹੈਗੇ ਕਿ ਜਿਹੜੀ ਵੀ ਚੀਜ਼ ਜਿਹੜੀ ਹੈਗੀ ਜਦੋਂ ਐਕੈਡੈਮਿਕਲੀ ਕਿਸੇ ਵਿੱਚ ਆ ਜਾਂਦੀ ਹੈਗੀ ਤਾਂ ਫਿਰ ਉਹਦੇ 'ਤੇ ਜ਼ਿਆਦਾ ਵਰਕ ਛੇਤੀ ਕੀਤਾ ਜਾ ਸਕਦਾ ਹੈਗਾ ਤੇ ਬਾਕੀ ਅਸੀਂ ਜਿਹੜੀ ਵੀ ਹੋਰ ਡਿਸਕ੍ਰਿਮੀਨੇਸ਼ਨ ਹੁੰਦੀ ਹੈਗੀ ਆ ਜਾਂ ਕਹ ਲਓ ਜੈਂਡਰ ਬੇਸਡ ਹੈਗੀ ਆ ਉਹਦੇ 'ਤੇ ਵੀ ਗੱਲ ਕਰਦੇ ਰਹਿੰਦੇ ਹੈਗੇ ਆ ਜਿੱਦਾਂ ਵਿਮਨ ਇੰਪਾਵਰਮੈਂਟ 'ਤੇ ਆ ਜਾਂ ਵਿਮਨ ਡੇ ਆਉਂਦਾ ਹੈਗਾ ਇੰਟਰਨੈਸ਼ਨਲ ਫਿਰ ਆਪਾਂ ਜਿਹੜੀਆਂ ਹਾਈ ਪ੍ਰੋਫਾਈਲ ਵਿਮਨ ਹੈਗੀਆਂ ਜਿਹੜੀਆਂ ਉਹਨਾਂ ਨਾਲ ਗੱਲਬਾਤ ਕਰਕੇ ਆਡੀਅנס ਨੂੰ ਜਿੱਦਾਂ ਥੋੜ੍ਹੀ ਅਵੇਅਰਨੈਸ ਹੁੰਦੀ ਹੈਗੀ ਕਿ ਕਿਸ ਤਰ੍ਹਾਂ ਤੁਸੀਂ ਪਹੁੰਚਦੇ ਆ ਕੀ ਹਰਡਲਸ ਆਈਆਂ ਤੁਹਾਨੂੰ ਨਾ ਤਾਂ ਇਦਾਂ ਦੇ ਪ੍ਰੋਜੈਕਟ ਵੀ ਸਾਡੇ ਜਿਹੜੇ ਹੈਗੇ ਚੱਲਦੇ ਰਹਿੰਦੇ ਆ ਜਿਸ ਤਰ੍ਹਾਂ ਚੇਤਨਾ ਐਸੋਸੀਏਸ਼ਨ ਇਸ ਕੈਨੇਡਾ ਬੇਸਡ ਹੈਗੀਆਂ ਨਾ ਪਰ ਫਿਰ ਵੀ ਜਿਸ ਤਰ੍ਹਾਂ ਇਹਦੇ ਨਾਲ ਸਿਸਟਰ ਆਰਗੇਨਾਈਜੇਸ਼ਨਸ ਹੈਗੀਆਂ ਏਸਿਸ ਹੈਗੀ ਆ ਅੰਬੇਡਕਰਾਈਟ ਸੁਸਾਇਟੀਜ਼ ਹੈਗੀਆਂ ਤੇ ਉਹ ਇਸ ਤਰ੍ਹਾਂ ਉਹਨਾਂ ਦੇ ਜੋ ਇੰਡੀਆ 'ਚ ਹੋ ਰਿਹਾ ਹੈਗਾ ਉਹਨਾਂ ਦੀ ਹੈਲਪ ਐਕੈਡੈਮਿਕਲੀ ਕਰ ਰਹੇ ਹੈਗੇ ਜਿਸ ਤਰ੍ਹਾਂ ਜੇ ਕੋਈ ਬੱਚਾ ਉੱਥੇ ਕਿਉਂਕਿ ਬਾਬਾ ਸਾਹਿਬ ਕਹਿ ਗਏ ਕਿ ਜਿਹੜੀ ਹਰ ਇੱਕ ਚੀਜ਼ ਦਾ ਹੱਲ ਹੈਗਾ ਤੁਹਾਡੀ ਸਟੱਡੀ ਤੁਹਾਨੂੰ ਹਾਇਰ ਸਟੱਡੀ ਕਰਨੀ ਪੈਣੀ ਹੈਗੀ ਹੈ ਤਾਂ ਕਿ ਤੁਸੀਂ ਮੋਰ ਅਵੇਅਰ ਹੋ ਸਕੋ ਸੋ ਚੇਤਨਾ ਜਾਂ ਹੋਰ ਐਸੋਸੀਏਸ਼ਨ ਜਿਹੜੀਆਂ ਹੈਗੀਆਂ ਬੱਚਿਆਂ ਦੀ ਹੈਲਪ ਕਰਦੀਆਂ ਹੈਗੀਆਂ ਜਿੱਥੇ ਬੱਚਿਆਂ ਨੂੰ ਕੋਈ ਪੜ੍ਹਨ ਲਈ ਪੈਸੇ ਦੀ ਲੋੜ ਹੈ ਫਾਈਨੈਂਸ਼ਲੀ ਜਾਂ ਕਿਸੇ ਤਰ੍ਹਾਂ ਦੀ ਵੀ ਲੋੜ ਹੁੰਦੀ ਹੈਗੀ ਆ ਤੇ ਉਹਦੇ ਮੁਤਾਬਕ ਉਹ ਹੈਲਪ ਕਰਕੇ ਥੋੜ੍ਹਾ ਜਿਹਾ ਉਹਨਾਂ ਨੂੰ ਅਪਲਿਫਟ ਕਰਨ ਦੀ ਕੋਸ਼ਿਸ਼ ਕਰਦੇ ਤਾਂ ਕਿ ਉਹ ਆਪਣੇ ਬਾਬਾ ਸਾਹਿਬ ਦੀਆਂ ਬੁੱਕਸ ਵਗੈਰਾ ਡਿਸਟਰੀਬਿਊਟ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ ਤੇ ਜਾਂ ਸਕੂਲਾਂ ਨੂੰ ਜਿਹੜੇ ਸਕੂਲ ਗਰੀਬਾਂ ਲਈ ਬਣੇ ਹੋਏ ਆ ਉਹਨਾਂ ਨੂੰ ਫਾਈਨੈਂਸ਼ਲੀ ਹੈਲਪ ਕਰਕੇ ਅਪਲਿਫਟ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਬੱਚੇ ਪੜ੍ਹ ਲਿਖ ਕੇ ਥੋੜ੍ਹੇ ਅਵੇਅਰ ਹੋ ਸਕਣ ਬਾਕੀ ਜਿਹੜੇ ਹਾਲਾਤ ਹੈਗੇ ਆ ਉਹ ਤਾਂ ਕਾਫੀ ਜਿਸ ਤਰ੍ਹਾਂ ਜਦੋਂ ਅਸੀਂ ਉੱਥੋਂ ਆਏ ਹਾਂ ਉਦੋਂ ਵੀ ਉਸ ਤਰ੍ਹਾਂ ਦੇ ਸੀ ਹੁਣ ਵੀ ਉਸ ਤਰ੍ਹਾਂ ਦੇ ਹੈਗੇ ਆ ਸੋਸ਼ਲ ਮੀਡੀਆ ਥੋੜ੍ਹਾ ਜਿਹਾ ਕਹਿ ਲਓ ਜ਼ਿਆਦਾ ਹੋਣ ਕਰਕੇ ਥੋੜ੍ਹਾ ਅਵੇਅਰਨੈਸ ਹੁਣ ਕਾਫੀ ਆ ਰਹੀ ਹੈਗੀ ਆ ਜਿਹੜੀ ਡਿਸਕ੍ਰਿਮੀਨੇਸ਼ਨ ਕਦੇ ਕਹਿ ਲਓ ਹਿਡਨ ਰਹਿ ਜਾਂਦੀ ਸੀਗੀ ਜਾਂ ਬਹੁਤ ਜ਼ਿਆਦਾ ਹਜੇ ਵੀ ਰਹਿ ਰਹੀਆਂ ਹੈਗੀਆਂ ਮਤਲਬ ਮੋਹਰੇ ਤਾਂ ਨਹੀਂ ਆ ਰਹੀਆਂ ਹੁਣ ਫਿਰ ਸੋਸ਼ਲ ਮੀਡੀਆ ਕਰਕੇ ਥੋੜ੍ਹਾ ਜਿਹਾ ਮਤਲਬ ਸੋਸ਼ਲ ਮੀਡੀਆ 'ਤੇ ਲੋਕ ਪਾ ਦਿੰਦੇ ਹੈਗੇ ਕਿ ਆਹ ਇਸ ਤਰ੍ਹਾਂ ਹੋਇਆ ਹੈਗਾ ਤੁਸੀਂ ਕਈ ਵਾਰ ਇੱਦਾਂ ਦੀਆਂ ਘਟਨਾਵਾਂ ਹੈਗੀਆਂ ਕਿ ਤੁਸੀਂ ਦੇਖ ਵੀ ਨਹੀਂ ਸਕਦੇ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀਆਂ ਹੋ ਰਹੀਆਂ ਹੈਗੀਆਂ ਗਰੀਬਾਂ ਨਾਲ ਜਾਂ ਦਲਿਤਾਂ ਨਾਲ ਨਾ ਅਤੇ ਉਹਨੂੰ ਫਿਰ ਜਦੋਂ ਉੱਧਰੋਂ ਵੀ ਕੋਈ ਸੋਸ਼ਲ ਮੀਡੀਆ 'ਤੇ ਆਉਂਦੀ ਤਾਂ ਉਹਨੂੰ ਵੀ ਅਸੀਂ ਜਾਂ ਕੈਨੇਡਾ 'ਚ ਵੀ ਕੋਈ ਹੋ ਰਹੀ ਹੈਗੀ ਆ ਤਾਂ ਉਹਨੂੰ ਵੀ ਅਸੀਂ ਅੱਗੇ ਜਿੱਦਾਂ ਮੇਨ ਸਟਰੀਮ 'ਚ ਲਿਆਉਣ ਦੀ ਕੋਸ਼ਿਸ਼ ਕਰੀਦੀ ਹੈਗੀ ਹੈ ਤਾਂ ਕਿ ਉੱਤੇ ਵਰਕ ਕੀਤਾ ਜਾ ਸਕੇ ਕਿ ਨੈਕਸਟ ਟਾਈਮ ਇੱਦਾਂ ਦੀ ਕੋਈ ਵਾਰਦਾਤ ਜਿਹੜੀ ਹੈਗੀ ਨਹੀਂ ਹੋਵੇ ਹਾਂ ਜਿਹੜਾ ਇੰਡੀਆ 'ਚ ਦਲਿਤ ਤੇ ਅਸੀਂ ਤਾਂ ਚਾਹੁੰਦੇ ਹੈਗੇ ਹਾਂ ਐਜ਼ ਏ ਚੇਤਨਾ ਐਸੋਸੀਏਸ਼ਨ ਔਰ ਐਜ਼ ਏ ਹਿਊਮਨ ਕਿਸੇ ਨਾਲ ਵੀ ਕੁਛ ਹੋਣਾ ਨਹੀਂ ਚਾਹੀਦਾ ਪਰ ਮੋਸਟਲੀ ਹੁੰਦਾ ਆਪਣੇ ਲੋਕਾਂ ਨਾਲ ਹੀ ਆ ਦਲਿਤ ਪਰਿਵਾਰ ਕਿਉਂਕਿ ਉਹ ਇਕਨੋਮਿਕਲੀ ਵੀਕ ਹੈਗੇ ਆ ਉਹਨਾਂ 'ਤੇ ਸੇਮ ਥਿੰਗ ਉਹੀ ਜਿਹੜੀ ਹਾਇਰਕੀ ਬਣੀ ਹੈਗੀ ਉਹਦੇ ਹਿਸਾਬ ਨਾਲ ਉਹਦੇ 'ਤੇ ਤਸ਼ੱਦਦ ਹੁੰਦਾ ਆ ਉਹਦੇ ਵਿੱਚ ਸੇਮ ਵੀ ਚੇਤਨਾ ਐਸੋਸੀਏਸ਼ਨ ਉਹ ਹੈ ਕੈਨੇਡਾ ਬੇਸਡ ਪਰ ਇਹਦਾ ਇਫੈਕਟ ਮੈਂ ਇੱਦਾਂ ਸਮਝਦਾ ਵੀ ਜਿਹੜੇ ਇੱਥੇ ਜੋ ਡਾਕੂਮੈਂਟੇਸ਼ਨ ਜਾਂ ਐਕੈਡੈਮਿਕਲੀ ਜੋ ਚੀਜ਼ਾਂ ਹੋ ਰਹੀਆਂ ਨੈਚੁਰਲੀ ਹੈਗਾ ਆ ਜਦੋਂ ਵੀ ਇਸ ਮੂਵਮੈਂਟ ਦਾ ਫਰਕ ਜ਼ਰੂਰ ਉੱਧਰ ਪਵੇਗਾ ਜ਼ਰੂਰ ਜੇ ਕੋਈ ਇੱਥੋਂ ਗੱਲ ਚੱਲਦੀ ਹੈਗੀ ਆ ਅਤੇ ਉਹ ਪ੍ਰਭਾਵ ਤਾਂ ਪੈਂਦਾ ਹੀ ਆ ਜੇ ਵੈਸਟਰਨ ਕੰਟਰੀਆਂ ਦੇ ਵਿੱਚੋਂ ਕੋਈ ਗੱਲਬਾਤ ਚੱਲਦੀ ਹੈਗੀ ਆ ਜਿਹੜੀ ਵੀ ਅਵੇਅਰਨੈਸ ਲਿਆਉਣ ਦੀ ਤਾਂ ਅਸੀਂ ਚਾਹੁੰਦੇ ਹੈਗੇ ਹਾਂ ਵੀ ਇਸ ਚੀਜ਼ ਦਾ ਅਸੀਂ ਵੀ ਸੋਸ਼ਲ ਮੀਡੀਆ ਦੇਖਦੇ ਹਾਂ ਜਦੋਂ ਕੋਈ ਕੰਮ ਇੱਥੇ ਹੁੰਦਾ ਸਪੋਜ਼ ਜਿੱਦਾਂ 14th ਦੇ ਇਕੁਐਲਿਟੀ ਡੇ ਉਹ ਕਾਫੀ ਉਹਦੀ ਬੂਸਟ ਮਿਲਦੀ ਇੰਡੀਆ ਦੇ ਲੋਕਾਂ ਨੂੰ ਵੀ ਹੈ ਉੱਥੇ ਆਹ ਕੁਛ ਹੋ ਰਿਹਾ ਵੈਨਕੂਵਰ 'ਚ ਹੋਇਆ ਕੈਨੇਡਾ 'ਚ ਹੋ ਰਿਹਾ USA 'ਚ ਹੋ ਰਿਹਾ ਜਿੱਦਾਂ USA 'ਚ ਕਾਫੀ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਹੋਈ ਆ ਉਹਦੇ 'ਤੇ ਕਿੰਨਾ ਕੰਮ ਹੋ ਰਿਹਾ
ਸਿਆਟਲ 'ਚ ਹੋ ਰਿਹਾ। ਇਹਨਾਂ ਚੀਜ਼ਾਂ ਦਾ ਆਈ ਹੋਪ, ਮੈਂ ਹੋਪਫੁਲੀ ਹਾਂ ਵੀ ਕੁਛ ਨਾ ਕੁਛ ਜ਼ਰੂਰ ਫਰਕ ਪਵੇਗਾ ਔਰ ਪੈਣਾ ਵੀ ਚਾਹੀਦਾ ਹੈ, ਤਾਂ ਕਿ ਉੱਥੇ ਦੇ ਲੋਕ ਵੀ ਜਿਹੜੇ ਹੈਗੇ, ਉੱਥੇ ਵੀ ਆਰਗੇਨਾਈਜੇਸ਼ਨ ਬਹੁਤ ਕੰਮ ਕਰਦੀਆਂ ਹੈ, ਦਲਿਤ ਜਿਹੜੀਆਂ ਨੂੰ ਰਿਪਰੈਜ਼ੈਂਟ ਕਰਦੀਆਂ ਹੈ, ਕਾਫੀ ਉਹ ਵੀ ਕੰਮ ਬਹੁਤ ਕਰ ਰਹੇ ਆ। ਪਰ ਇਟਸ ਨਾਟ ਵੀ ਇਹ ਇੱਕ ਦਿਨ 'ਚ ਤਾਂ ਨਹੀਂ ਖਤਮ ਹੋਣਾ। ਜਿਹੜਾ ਇੰਨੇ 4-5 ਹਜ਼ਾਰ ਸਾਲ ਦਾ ਕੰਮ ਚੱਲਿਆ ਆਉਂਦਾ ਤਾਂ ਇਹਨੂੰ ਟਾਈਮ ਤਾਂ ਜ਼ਰੂਰ ਲੱਗੇਗਾ, ਪਰ ਇਸ ਗੁਣਾ ਵਨ ਡੇ ਹੋਪਫੁਲੀ ਇਹਦੀ ਅਵੇਅਰਨੈਸ ਜ਼ਰੂਰ ਆਏਗੀ।